ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 10th ਇੰਗਲਿਸ਼ ਦੀ ਪੋਇਮ ਜਿਸ ਦਾ ਨਾਮ ਹੈ ਵੇਅਰ ਦ ਮਾਈਂਡ ਇਜ਼ ਵਿਦਆਊਟ ਫੀਅਰ, ਜਿਸ ਦੇ ਪੋਇਟ ਹਨ ਰਵਿੰਦਰਨਾਥ ਟੈਗੋਰ। ਵਿਦਿਆਰਥੀਓ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਪੋਇਮ ਦੀ ਲਾਈਨ ਬਾय ਲਾਈਨ ਰੀਡਿੰਗ ਅਤੇ ਐਕਸਪਲੇਨੇਸ਼ਨ ਕੀਤੀ ਹੈ। ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਪੋਇਮ ਦਾ ਸੈਂਟਰਲ ਆਈਡੀਆ ਅਤੇ ਕੁਐਸਚਨ ਆਨਸਰਸ ਕਰਨੇ ਹਨ ਤਾਂ ਅਸੀਂ ਉਸ ਦੀ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਅਤੇ ਇਸ ਪੋਇਮ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ। ਅਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ ਪੜ੍ਹਦੇ ਹਾਂ ਇੰਟਰੋਡਕਟਰੀ ਪੈਰਾ। ਦਿਸ ਪੋਇਮ ਇਜ਼ ਐਨ ਅਰਨੈਸਟ ਪ੍ਰੇਅਰ ਟੂ ਗੋਡ where the poet prays to God to bless his motherland with that awakening freedom which may drive away all fear, divisions among men, curbs on knowledge and truth। ਤੇ ਪਹਿਲਾਂ ਅਸੀਂ ਡਿਫਿਕਲਟ ਵਰਡ ਸਮਝਦੇ ਹਾਂ। ਅਰਨੈਸਟ ਦਾ ਅਰਥ ਹੁੰਦਾ ਦਿਲੋਂ ਤੇ ਕਰਬਸ ਦਾ ਮਤਲਬ ਹੁੰਦਾ ਪਾਬੰਦੀਆਂ। ਤੇ ਇਸ ਪੋਇਮ ਵਿੱਚ ਪੋਇਟ ਕਵੀ ਰਵਿੰਦਰਨਾਥ ਟੈਗੋਰ ਰੱਬ ਅੱਗੇ ਹੈ ਦਿਲੋਂ ਪ੍ਰਾਰਥਨਾ ਕਰਦੇ ਹਨ ਕਿ ਸਾਡੇ ਮਦਰਲੈਂਡ ਨੂੰ, ਸਾਡੇ ਦੇਸ਼ ਨੂੰ, ਸਾਡੀ ਮਾਤਰ ਭੂਮੀ ਨੂੰ ਰੱਬ ਦਾ, ਪਰਮਾਤਮਾ ਦਾ, ਗੋਡ ਦਾ ਅਜਿਹਾ ਆਸ਼ੀਰਵਾਦ ਮਿਲੇ ਜਿਸ ਨਾਲ ਸਾਡੇ ਦੇਸ਼ ਦੇ ਲੋਕਾਂ ਨੂੰ ਅਵੇਕਨਿੰਗ ਫਰੀਡਮ, ਜਾਗਰਤੀ ਦੀ ਆਜ਼ਾਦੀ ਮਿਲੇ। ਅਤੇ ਉਸ ਆਜ਼ਾਦੀ ਨਾਲ ਲੋਕਾਂ ਦੇ ਮਨਾਂ ਵਿੱਚ ਡਰ, ਫੀਅਰ ਖਤਮ ਹੋ ਜਾਏ। ਡਿਵੀਜ਼ਨਸ ਅਮੰਗ ਮੈਨ, ਕਿ ਲੋਕਾਂ ਦੇ ਵਿਚਕਾਰ ਵੰਡ ਹੈ ਉਹ ਵੀ ਖਤਮ ਹੋ ਜਾਏ। ਕਰਬਸ ਔਨ ਨੌਲੇਜ ਐਂਡ ਟਰੁੱਥ, ਅਤੇ ਨੌਲੇਜ, ਐਜੂਕੇਸ਼ਨ ਵਿੱਚ ਲੱਗੀਆਂ ਪਾਬੰਦੀਆਂ ਖਤਮ ਹੋ ਜਾਣ ਅਤੇ ਸੱਚ ਦੇ ਉੱਪਰ ਜਿਹੜੀ ਪਾਬੰਦੀ ਲੱਗੀ ਹੋਈ ਹੈ ਉਹ ਵੀ ਖਤਮ ਹੋ ਜਾਏ। He wants that God may bless his countrymen with reason, desire for perfection and a freedom from dogma and inertia। ਡੋਗਮਾ ਦਾ ਅਰਥ ਹੁੰਦਾ ਹੱਠ ਅਤੇ ਇਨਰਸ਼ੀਆ ਦਾ ਅਰਥ ਹੁੰਦਾ ਜੜਤਾ ਜਾਂ ਗਤੀਹੀਣਤਾ। ਅਤੇ ਇਸ ਤੋਂ ਬਾਅਦ ਕਵੀ ਰੱਬ ਅੱਗੇ ਇਹ ਪ੍ਰਾਰਥਨਾ ਕਰਦਾ ਕਿ ਭਗਵਾਨ ਸਾਡੇ ਦੇਸ਼ ਵਾਸੀਆਂ ਨੂੰ ਇਹ ਆਸ਼ੀਰਵਾਦ ਦੇਵੇ ਕਿ ਸਾਡੇ ਦੇਸ਼ ਦੇ ਲੋਕ ਹੈ ਵਿਵੇਕਸ਼ੀਲ ਬਣਨ, ਪਰਫੈਕਟ ਬਣਨ ਦੀ, ਨਿਪੁੰਨ ਹੋਣ ਦੀ ਇੱਛਾ ਰੱਖਣ ਅਤੇ ਉਹਨਾਂ ਨੂੰ ਹੱਠ, ਜ਼ਿੱਦ ਅਤੇ ਇਨਰਸ਼ੀਆ, ਗਤੀਹੀਣਤਾ ਤੋਂ ਛੁਟਕਾਰਾ ਮਿਲੇ, ਇਸ ਤੋਂ ਮੁਕਤ ਹੋ ਜਾਣ। ਅਤੇ ਇਹ ਇੰਟਰੋਡਕਟਰੀ ਪੈਰਾ ਪੜ੍ਹ ਕੇ ਸਾਨੂੰ ਇਹ ਪਤਾ ਲੱਗਿਆ ਕਿ ਇਸ ਪੋਇਮ ਵਿੱਚ ਕਵੀ ਰੱਬ ਅੱਗੇ ਪ੍ਰਾਰਥਨਾ ਕਰਦਾ, ਸਾਡੇ ਦੇਸ਼ ਵਾਸੀਆਂ ਲਈ ਪ੍ਰਾਰਥਨਾ ਕਰਦਾ। ਆਓ ਹੁਣ ਅਸੀਂ ਪੋਇਮ ਨੂੰ ਲਾਈਨ ਬਾय ਲਾਈਨ ਪੜ੍ਹਦੇ ਹਾਂ ਅਤੇ ਨਾਲ ਦੀ ਨਾਲ ਇਸ ਦੇ ਅਰਥ ਵੀ ਕਰਦੇ ਹਾਂ। ਵੇਅਰ ਦ ਮਾਈਂਡ ਇਜ਼ ਵਿਦਆਊਟ ਫੀਅਰ ਐਂਡ ਦ ਹੈਡ ਇਜ਼ ਹੈਲਡ ਹਾਈ। ਅਤੇ ਇਸ ਦਾ ਅਰਥ ਹੈ ਕਿ ਕਵੀ ਰੱਬ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਸਾਡੇ ਦੇਸ਼ ਦੇ ਲੋਕਾਂ ਦੇ ਮਾਈਂਡ ਵਿੱਚ, ਉਹਨਾਂ ਦੇ ਮਨ ਵਿੱਚ ਕਿਸੇ ਕਿਸਮ ਦਾ ਕੋਈ ਵੀ ਡਰ ਨਾ ਹੋਵੇ ਅਤੇ ਸਾਡੇ ਦੇਸ਼ ਦੇ ਲੋਕਾਂ ਦਾ ਸਿਰ ਹਮੇਸ਼ਾ ਉੱਚਾ ਰਹੇ। ਵੇਅਰ ਨੌਲੇਜ ਇਜ਼ ਫ੍ਰੀ, ਜਿੱਥੇ ਨੌਲੇਜ, ਗਿਆਨ, ਐਜੂਕੇਸ਼ਨ ਹੈ ਉਹ ਬਿਲਕੁਲ ਫ੍ਰੀ ਹੋਵੇ। ਵੇਅਰ ਦ ਵਰਲਡ ਹੈਜ਼ ਨੋਟ ਬੀਨ ਬ੍ਰੋਕਨ ਅਪ ਇਨਟੂ ਫਰੈਗਮੈਂਟਸ ਬਾਏ ਨੈਰੋ ਡੋਮੈਸਟਿਕ ਵਾਲਸ। ਅਤੇ ਫਰੈਗਮੈਂਟਸ ਦਾ ਅਰਥ ਹੁੰਦਾ ਛੋਟੇ ਛੋਟੇ ਟੁਕੜੇ। ਅਤੇ ਨੈਰੋ ਡੋਮੈਸਟਿਕ ਵਾਲਸ ਕਿਹੜੀਆਂ ਹਨ? ਵਾਲਸ ਆਫ ਕਾਸਟ ਐਂਡ ਕ੍ਰੀਡ, ਜਾਤ ਅਤੇ ਧਰਮ ਦੇ ਆਧਾਰ 'ਤੇ ਵੰਡ। ਅਤੇ ਇਸ ਦਾ ਅਰਥ ਹੈ ਕਿ ਕਵੀ ਇਹ ਚਾਹੁੰਦਾ ਕਿ ਸਾਡੇ ਦੇਸ਼ ਦੇ ਲੋਕਾਂ ਵਿੱਚ ਕਾਸਟ ਅਤੇ ਕ੍ਰੀਡ ਦੇ ਆਧਾਰ 'ਤੇ ਵੰਡ ਨਾ ਹੋਵੇ, ਸਾਡੇ ਦੇਸ਼ ਦੇ ਲੋਕਾਂ ਵਿੱਚ ਯੂਨਿਟੀ, ਏਕਤਾ ਹੋਵੇ। ਵੇਅਰ ਦ ਵਰਡਸ ਕਮ ਆਊਟ ਫਰੋਮ ਦ ਡੈਪਥ ਆਫ ਟਰੁੱਥ, ਕਿ ਸਾਡੇ ਦੇਸ਼ ਵਿੱਚ ਲੋਕਾਂ ਦੇ ਮੂੰਹੋਂ ਸ਼ਬਦ ਸੱਚ ਦੀ ਗਹਿਰਾਈ ਤੋਂ ਨਿਕਲਣ, ਜਿਸ ਦਾ ਅਰਥ ਹੈ ਕਿ ਸਾਡੇ ਦੇਸ਼ ਦੇ ਲੋਕ ਹੈ ਉਹ ਸੱਚੇ ਰਹਿਣ। ਵੇਅਰ ਟਾਇਰਲੈਸ ਸਟਰਾਈਵਿੰਗ ਸਟ੍ਰੈਚਿਸ ਇਟਸ ਆਰਮਸ ਟੂਵਰਡਸ ਪਰਫੈਕਸ਼ਨ। ਸਟਰਾਈਵਿੰਗ ਦਾ ਅਰਥ ਹੁੰਦਾ ਹੈ ਯਤਨਸ਼ੀਲ। ਅਤੇ ਇਸ ਦਾ ਅਰਥ ਹੈ ਕਿ ਸਾਡੇ ਦੇਸ਼ ਦੇ ਲੋਕ ਅਣਥੱਕ, ਅਸੀਮਿਤ ਕੋਸ਼ਿਸ਼, ਮੀਨਸ ਕਿ ਕਾਫੀ ਜ਼ਿਆਦਾ ਕੋਸ਼ਿਸ਼ਾਂ ਕਰਨ, ਯਤਨ ਕਰਨ। ਕਿਸ ਗੱਲ ਦਾ ਯਤਨ ਕਰਨ? ਪਰਫੈਕਟ ਬਣਨ ਦੀ, ਕਿ ਸਾਡੇ ਦੇਸ਼ ਦੇ ਲੋਕ ਪਰਫੈਕਟ ਬਣਨ ਦੀ ਕੋਸ਼ਿਸ਼ ਕਰਨ। Where the clear stream of reason has not lost its way into the dreary desert sand of dead habit। ਅਤੇ ਡਰੇਰੀ ਦਾ ਅਰਥ ਹੁੰਦਾ ਰੁੱਖਾ ਸੁੱਖਾ ਜਾਂ ਅਨਇੰਟਰਸਟਿੰਗ। ਅਤੇ ਤੁਸੀਂ ਇਹ ਵੀ ਮੰਨ ਸਕਦੇ ਹੋ ਕਿ ਡਰੇਰੀ ਦਾ ਅਰਥ ਹੁੰਦਾ ਡਲ। ਅਤੇ ਡੈਡ ਹੈਬਿਟ ਦਾ ਅਰਥ ਹੈ ਅੰਧ ਵਿਸ਼ਵਾਸ। ਅਤੇ ਇਸ ਦਾ ਇਹ ਅਰਥ ਹੈ ਕਿ ਸਾਡੇ ਦੇਸ਼ ਦੇ ਲੋਕ ਤਰਕ ਤੋਂ, ਰੀਜ਼ਨਿੰਗ ਤੋਂ, ਲੌਜਿਕ ਤੋਂ ਕੰਮ ਲੈਣ ਅਤੇ ਅੰਧ ਵਿਸ਼ਵਾਸ ਕਾਰਨ ਗਲਤ ਰਾਹ 'ਤੇ ਨਾ ਪੈ ਜਾਣ। Where the mind is led forward by thee into ever widening thought and action। ਅਤੇ THEE, ਥੀ ਦਾ ਅਰਥ ਹੁੰਦਾ ਯੂ। ਅਤੇ ਇੱਥੇ ਕਵੀ ਕਿਸ ਨਾਲ ਗੱਲ ਕਰ ਰਿਹਾ? ਅਤੇ ਇੱਥੇ ਕਵੀ ਗੋਡ ਨਾਲ, ਰੱਬ ਨਾਲ ਗੱਲ ਕਰ ਰਿਹਾ। ਅਤੇ ਇੱਥੇ ਥੀ ਕੌਣ ਹੈ? ਇੱਥੇ ਥੀ ਹੈ ਰੱਬ।
ਤੇ ਕਵੀ ਰੱਬ ਨੂੰ ਕਹਿ ਰਿਹਾ ਕਿ ਤੁਸੀਂ ਹੀ ਸਾਡਾ ਮਾਰਗਦਰਸ਼ਨ ਕਰੋ ਅਤੇ ਸਾਨੂੰ ਖੁੱਲੇ ਦਿਲ ਦੇ ਵਿਚਾਰਾਂ ਅਤੇ ਕਾਰਜਾਂ ਨਾਲ ਅੱਗੇ ਲੈ ਜਾਓ। Into that heaven of freedom, my father, let my country awake। ਮੇਰੇ ਪਿਤਾ, ਸਾਡੇ ਦੇਸ਼ ਨੂੰ ਇੰਨਾ ਜਾਗਰੂਕ ਕਰੋ ਕਿ ਜਿਹੜਾ ਸਾਡਾ ਦੇਸ਼ ਹੈ ਉਹ ਸੁਤੰਤਰਤਾ ਦਾ ਸੱਚਾ ਸਵਰਗ ਬਣ ਕੇ ਉਭਰੇ।